ਪੰਜਾਬੀ ਰਿਪੋਰਟ ਤੇ ਅੱਜ ਇੱਕ ਅਜਿਹੀ ਰਿਪੋਰਟ ਜੋ ਕਿ ਪੂਰੀ ਦੁਨੀਆ ਭਰ ਤੇ ਅਸਰ ਪਾਉਂਦੀ ਹੈ। ਕਦੇ ਇੱਕ ਸਮਾਂ ਹੁੰਦਾ ਸੀ ਜਦੋਂ ਕੁੜੀਆਂ ਮੁੰਡੇ ਵਿਆਹ ਦਾ ਇੰਤਜ਼ਾਰ ਕਰਦੇ ਸੀ, ਪਰ ਹੁਣ ਡਰ ਲੱਗਦਾ ਹੈ ਕਿਉਂਕਿ ਵਿਆਹ ਦੇ ਤੀਸਰੇ ਚੌਥੇ ਦਿਨ ਹੀ ਮੁੰਡਿਆਂ ਦੇ ਵੱਲੋਂ ਤੇ ਕਿਤੇ ਕੁੜੀਆਂ ਦੇ ਵੱਲੋਂ ਆਪਣੀ ਜਾਨ ਦਿੱਤੀ ਜਾ ਰਹੀ ਹੈ, ਗਵਾਈ ਜਾ ਰਹੀ ਹੈ। ਇਸ ਦੇ ਪਿੱਛੇ ਦਾ ਕਾਰਨ ਇਹੀ ਬਣ ਰਿਹਾ ਹੈ ਕਿ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਜਾਂ ਤਾਂ ਕੁੜੀ ਉੱਥੇ ਸੈੱਟ ਨਹੀਂ ਹੋ ਪਾਉਂਦੀ ਜਾਂ ਫਿਰ ਮੁੰਡੇ ਦੇ ਹਾਲਾਤ ਅਜਿਹੇ ਬਣ ਜਾਂਦੇ ਨੇ ਕਿ ਉਹ ਖੁਦ ਨੂੰ ਖਤਮ ਕਰ ਲੈਂਦਾ ਹੈ। ਇਸ ਦੇ ਪਿੱਛੇ ਦਾ ਕਾਰਨ ਕਈ ਵਾਰ ਮੁੰਡੇ ਦੇ ਖੁਦ ਦੇ ਘਰ ਦੇ ਬਣਦੇ ਨੇ ਤਾਂ ਕਈ ਵਾਰ ਕੁੜੀ ਦੇ। ਇਸ ਸਾਰੇ ਮਾਮਲੇ ਨੂੰ ਦੇਖਦੇ ਹੋਏ ਹੁਣ ਤਾਂ ਹਾਲਾਤ ਇਹ ਬਣ ਚੁੱਕੇ ਨੇ ਕਿ ਜਦੋਂ ਵਿਆਹ ਵਾਲਾ ਦਿਨ ਹੁੰਦਾ ਹੈ ਉਸ ਦਿਨ ਵੀ ਡਰ ਰਹਿੰਦਾ ਹੈ ਕਿ ਅੱਜ ਬਰਾਤ ਆਏਗੀ ਵੀ ਜਾਂ ਫਿਰ ਨਹੀਂ। ਜਲੰਧਰ ਤੋਂ ਉਹ ਸਾਰਾ ਮਾਮਲਾ ਸਾਹਮਣੇ ਆਇਆ ਜਿਸ ਦਿਨ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ, ਪੈਲੇਸ ਬੁੱਕ ਹੋ ਚੁੱਕਿਆ ਸੀਗਾ ਤੇ ਨਾਲ ਹੀ ਸਾਰੀਆਂ ਤਿਆਰੀਆਂ ਮੁਕੰਮਲ ਸੀ, ਪਰ ਬਰਾਤ ਦਾ ਇੰਤਜ਼ਾਰ ਕੀਤਾ ਗਿਆ। ਬਰਾਤ ਪਹੁੰਚੀ ਵੀ ਪਰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਬੇਰੰਗ ਬਰਾਤ ਪਰਤ ਚੁੱਕੀ ਸੀ, ਕੁੜੀ ਉਸੇ ਤਰ੍ਹਾਂ ਬੈਠੀ ਹੀ ਰਹਿ ਗਈ ਤੇ ਇੱਧਰ ਪੂਰੇ ਪਰਿਵਾਰ ਤੇ ਇੱਕ ਬਿਪਤਾ ਆ ਗਈ ਕਿ ਹੁਣ ਕਰੀਏ ਤਾਂ ਕਰੀਏ ਕੀ। ਅਜਿਹੇ ਸਾਰੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਕੁੜੀਆਂ ਮੁੰਡੇ ਅਤੇ ਦੋਵੇਂ ਹੀ ਸਮਾਜ ਦੇ ਵਿੱਚ ਵਿਚਰਦੇ ਲੋਕ, ਭਾਵੇਂ ਉਹ ਕੁੜੀ ਦੇ ਮਾਪੇ ਨੇ ਜਾਂ ਫਿਰ ਮੁੰਡੇ ਦੇ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਆਖਿਰਕਾਰ ਅਜਿਹੇ ਹਾਲਾਤ ਬਣਦੇ ਹੀ ਕਿਉਂ ਨੇ? ਮੇਨ ਕਾਰਨ ਤਾਂ ਇਹੀ ਸਾਹਮਣੇ ਆਉਂਦਾ ਹੈ ਕਿ ਲੋਕ ਅੱਜ ਕੱਲ੍ਹ ਲੋਕਾਂ ਦੀ ਭੁੱਖ ਜਿਹੜੀ ਜ਼ਿਆਦਾ ਵੱਧ ਗਈ ਹੈ। ਲੋਕ ਜ਼ਿਆਦਾ ਪੈਸਿਆਂ ਵੱਲ ਜ਼ਿਆਦਾ ਧਿਆਨ ਜਾ ਰਿਹਾ। ਲੋਕ ਚਾਹੁੰਦੇ ਨੇ ਕਿ ਸਾਨੂੰ ਫ੍ਰੀ ਦੇ ਵਿੱਚ ਸਾਨੂੰ ਇਹ ਵੀ ਚੀਜ਼ ਮਿਲ ਜੇ, ਉਹ ਵੀ ਮਿਲ ਜੇ ਤੇ ਸਾਡਾ ਫਾਇਦਾ ਹੋ ਜਾਏ। ਲੋਕ ਅੱਜ ਕੱਲ੍ਹ ਵਿਆਹ ਨੂੰ ਵਿਆਹ ਨਹੀਂ ਸਮਝ ਰਹੇ। ਲੋਕ ਅੱਜ ਕੱਲ੍ਹ ਸਮਝ ਰਹੇ ਕਿ ਜੇ ਅਸੀਂ ਵਿਆਹ ਕਰਵਾ ਰਹੇ ਤਾਂ ਸਾਨੂੰ ਫਾਇਦਾ ਸੌਦਾ ਹੋ ਰਿਹਾ। ਔਰ ਘਰ ਦੇ ਵਿੱਚ ਕੁਝ ਚੀਜ਼ ਇਹ ਨਹੀਂ ਦੇਖ ਰਹੇ ਕਿ ਅਸੀਂ ਕੁੜੀ ਲੈ ਕੇ ਆ ਰਹੇ ਹਾਂ, ਸਗੋਂ ਸੋਚਦੇ ਕਿ ਅਸੀਂ ਦਾਜ ਲੈ ਕੇ ਆ ਰਹੇ ਹਾਂ, ਸਾਡੇ ਕੋਲ ਸੋਨਾ ਆ ਰਿਹਾ, ਸਾਡੇ ਕੋਲ ਮੁੰਦਰੀਆਂ ਆ ਰਹੀਆਂ ਜਾਂ ਫਿਰ ਹੋਰ ਕੀਮਤੀ ਚੀਜ਼ਾਂ ਜਿਹੜੇ ਕਿ ਕਾਰ ਹੋ ਗਈ ਜਿਵੇਂ। ਤੇ ਲੋਕ ਇਹ ਸੋਚਦੇ ਨੇ ਕਿ ਸਾਡਾ ਤਾਂ ਵਿਆਹ ਆਇਆ, ਅਸੀਂ ਤਾਂ ਘਰ ਭਰਾਂਗੇ ਆਪਣਾ। ਤੇ ਕਈ ਬਹੁਤ ਸਾਰੇ ਲੋਕ ਐਵੇਂ ਹੀ ਸੋਚਦੇ ਨੇ ਕਿ ਅਸੀਂ ਵਿਆਹ ਆ। ਕਈ ਤਾਂ ਮੂੰਹ ਦੇ ਉੱਤੇ ਜਾਂ ਫਿਰ ਸੌਦਾਬਾਜ਼ੀ ਹੀ ਸਟਾਰਟਿੰਗ ਦੇ ਵਿੱਚ ਵੀ ਜਦੋਂ ਰਿਸ਼ਤਾ ਹੁੰਦਾ ਉਦੋਂ ਹੀ ਕਹਿ ਦਿੰਦੇ ਨੇ ਕਿ ਸਾਨੂੰ ਤਾਂ ਗੱਡੀ ਚਾਹੀਦੀ ਹੈ, ਸਾਨੂੰ ਤਾਂ 10 ਮੁੰਦਰੀਆਂ ਪਾਉਣੀਆਂ ਚਾਹੀਦੀਆਂ। ਤੇ ਇਹ ਜੋ ਕਿ ਈਵਨ ਲੋਕਾਂ ਵੱਲੋਂ ਵੀ ਇਹ ਨਾ ਸਰਕਾਰ ਵੱਲੋਂ ਇਹ ਚੀਜ਼ ਹੋਈ ਪਈ ਹੈ ਕਿ ਦਾਜ ਲੈਣਾ ਤੇ ਦੇਣਾ ਦੋਨੋਂ ਹੀ ਗਲਤ ਨੇ। ਲੇਕਿਨ ਲੋਕ ਫਿਰ ਵੀ ਕਿਉਂ ਨਹੀਂ ਸਮਝ ਪਾ ਰਹੇ ਤੇ ਕਿਉਂ ਉਹਨਾਂ ਦਾ ਦਿਮਾਗ ਇੱਦਾਂ ਦਾ ਨਹੀਂ ਬਣ ਪਾ ਰਿਹਾ? ਸਮਝ ਨਹੀਂ ਆ ਰਿਹਾ ਕਿ ਉਹ ਕਹਿੰਦੇ ਨੇ ਕਿ ਅਸੀਂ ਆਪਣੀ ਖੁਸ਼ੀ ਨਾਲ ਦੇ ਰਹੇ ਹਾਂ ਤੇ ਅਸੀਂ ਇੱਕ ਰਿਵਾਜ ਦੇ ਤੌਰ ਤੇ ਦੇ ਰਹੇ ਹਾਂ, ਪਰ ਉਹ ਰਿਵਾਜ ਪਹਿਲਾਂ ਸਮੇਂ ਦੇ ਵਿੱਚ ਹੁੰਦਾ ਸੀ ਕਿ ਕੁੜੀ ਦੇ ਲਈ ਸਾਰੀ ਜ਼ਿੰਦਗੀ ਇਕੱਠਾ ਕੀਤਾ ਜਾਂਦਾ ਸੀ, ਸਮਾਨਦਾਰੀਆਂ ਬਣਾਈਆਂ ਜਾਂਦੀਆਂ ਸਨ, ਬਿਸਤਰੇ ਬਣਾਏ ਜਾਂਦੇ ਸੀ ਅਤੇ ਵਿਆਹ ਦੇ ਟਾਈਮ ਚਲੋ ਉਹ ਨਾਲ ਦੇ ਦਿੱਤਾ ਜਾਂਦਾ ਸੀ। ਕੁੜੀਆਂ ਫ੍ਰੀ ਸੀ, ਪਰਿਵਾਰਿਕ ਮੈਂਬਰ ਘਰ ਹੁੰਦੇ ਸੀ ਤਾਂ ਸਭ ਕੁਝ ਤਿਆਰ ਹੀ ਐਵੇਂ ਕੀਤਾ ਜਾਂਦਾ ਸੀ ਕਿ ਜੋ ਇਕੱਠਾ ਕੀਤਾ ਜਾਂ ਫਿਰ ਜੋ ਦੇਣ ਦੀ ਹੈਸੀਅਤ ਹੈ ਉਹ ਦੇ ਦਿੱਤਾ ਜਾਂਦਾ ਸੀਗਾ। ਪਰ ਹੁਣ ਤਾਂ ਬਕਾਇਦਾ ਲਿਸਟਾਂ ਤਿਆਰ ਕੀਤੀਆਂ ਜਾਂਦੀਆਂ ਨੇ, ਮੇਲਿਆਂ ਦੀ ਗਿਣਤੀ ਕੀਤੀ ਜਾਂਦੀ ਹੈ, 26 ਬੰਦਿਆਂ ਨੂੰ ਲਿਆਇਆ ਜਾਂਦਾ, ਖੜਾ ਕੀਤਾ ਜਾਂਦਾ ਹੈ। ਤਾਂ ਇਹ ਰਿਸ਼ਤੇਦਾਰ ਕਿਸ ਤਰ੍ਹਾਂ ਦੀ ਨੁਮਾਇਸ਼ ਕਰਦੇ ਨੇ ਵਿਆਹ ਦੇ ਵਿੱਚ, ਤੇ ਇਹਨੂੰ ਇੱਕ ਟ੍ਰੈਂਡ ਸੈੱਟ ਕਰਨ ਦੇ ਲਈ ਇੱਥੋਂ ਤੱਕ ਹੀ ਭੁੱਖ ਵਧੀ ਹੈ ਕਿ ਇਹ ਸਟੇਟਸ ਪਾਣੇ, ਚੀਜ਼ਾਂ ਦਿਖਾਣੀਆਂ, ਲੋਕਾਂ ਦੇ ਸਾਹਮਣੇ ਦੱਸਣਾ ਕਿ ਅਸੀਂ ਇਹ ਕੀਤਾ ਸੀ ਵਿਆਹ 'ਚ, ਉਹ ਕੀਤਾ ਸੀ। ਦਿਖਾਵਾ ਜ਼ਿਆਦਾ ਹੋ ਗਿਆ। ਹਾਂਜੀ ਇਹ ਹੋ ਗਿਆ ਕਿ ਅੱਜ ਕੱਲ੍ਹ ਨਾ ਰਿਸ਼ਤੇ ਦੇ ਵਿੱਚ ਦਿਖਾਵਾ ਜ਼ਿਆਦਾ ਹੋ ਗਿਆ ਕਿ ਸਾਡੇ ਕੋਲ ਗੱਡੀ ਵੀ ਹੈਗੀ ਹੈ, ਚਾਹੇ ਸਿਰ ਦੇ ਉੱਤੇ 10 ਲੱਖ ਦਾ ਜਾਂ 20 ਲੱਖ ਦਾ ਜਾਂ ਬਹੁਤ ਸਾਰਾ ਕਰਜ਼ਾ ਹੋਵੇ, ਲੇਕਿਨ ਘਰ ਦੇ ਵਿੱਚ ਚੀਜ਼ ਹਰ ਇੱਕ ਹੋਣੀ ਚਾਹੀਦੀ ਹੈ। ਗੱਡੀ ਵੀ ਹੋਣੀ ਚਾਹੀਦੀ ਹੈ ਤੇ ਵੱਡੇ ਮਹਿਲ ਵੀ ਹੋਣੇ ਚਾਹੀਦੇ ਹੈ ਤੇ ਸਾਰਾ ਕੁਝ ਹੋਣਾ ਚਾਹੀਦਾ। ਲੇਕਿਨ ਇਹ ਨਹੀਂ ਸੋਚਦੇ ਕਿ ਜਿਹੜੇ ਸਾਡਾ ਦਿਮਾਗ ਹੈ, ਦਿਮਾਗ ਦੇ ਵਿੱਚ ਜਿਹੜੀ ਚੀਜ਼ਾਂ ਚੱਲ ਰਹੀਆਂ ਉਹ ਚੀਜ਼ ਕਿਵੇਂ ਖਤਮ ਹੋਏਗੀ, ਹੈ ਨਾ। ਲੋਕ ਇਹੀ ਸੋਚਦੇ ਨੇ ਕਿ ਸਾਡੇ ਕੋਲ ਪੈਸੇ ਨਹੀਂ ਹੈ, ਉਹਦੇ ਕੋਲ ਇੰਨੇ ਪੈਸੇ ਆ, ਉਹਦੇ ਕੋਲ ਇਹ ਚੀਜ਼ ਹੈ ਲੇਕਿਨ ਸਾਡੇ ਕੋਲ ਨਹੀਂ ਹੈ। ਇਹ ਸਾਰੀ ਚੀਜ਼ਾਂ ਜਿਹੜੇ ਦਿਖਾਵਾ ਅੱਜ ਕੱਲ੍ਹ ਜਿਹੜਾ ਜ਼ਿਆਦਾ ਵੱਧ ਗਿਆ। ਤੇ ਜਿੱਦਾਂ ਤੁਸੀਂ ਕਿਹਾ ਕਿ ਪਹਿਲਾਂ ਲੋਕ ਐਵੇਂ ਦਰੀਆਂ ਬੁਣਦੇ ਸੀ ਜਾਂ ਫਿਰ ਘਰ ਬੈਠ ਕੇ ਚੀਜ਼ਾਂ ਬਣਾਉਂਦੇ ਹੁੰਦੇ ਸੀ। ਉਹ ਹੁੰਦਾ ਸੀ ਕਿ ਨਾ ਉਹ ਖੁਸ਼ੀ ਦਿੰਦੇ ਸੀਗੇ, ਉਹ ਇੱਕ ਤਰ੍ਹਾਂ ਦਾ ਤੋਹਫਾ ਜਿਵੇਂ ਕਹਿ ਸਕਦੇ ਅਸੀਂ, ਗਿਫਟ ਕਹਿ ਸਕਦੇ, ਉਹ ਗਿਫਟ ਦਿੰਦੇ ਸੀਗੇ। ਲੇਕਿਨ ਅੱਜ ਕੱਲ੍ਹ ਲੋਕ ਨਾ ਵਿਆਹ ਨੂੰ ਭੁੱਖ ਦੀ ਤਰ੍ਹਾਂ ਲੈ ਰਹੇ ਨੇ ਕਿ ਅਸੀਂ ਇੱਕ ਮੌਕਾ ਮਿਲ ਗਿਆ ਸਾਨੂੰ ਕਿ ਵਿਆਹ ਕਰਿਆ ਹੋਇਆ ਤਾਂ ਅਸੀਂ 4 ਚੀਜ਼ਾਂ ਇਕੱਠੀਆਂ ਕਰ ਲਾਂਗੇ, ਇਕੱਠੀਆਂ ਆ ਜਾਣਗੀਆਂ ਸਾਡੇ ਘਰ ਦੇ ਵਿੱਚ ਬਿਨਾਂ ਕੁਝ ਕੀਤੇ। ਪਰ ਉਹਦਾ ਬੋਝ ਜਿਹੜਾ ਕੁੜੀ ਵਾਲਿਆਂ ਤੇ ਪੈਣਾ ਹੈ, ਕੁੜੀ ਤੇ ਪੈਣਾ। ਤੇ ਬਾਅਦ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹੇ ਰਿਸ਼ਤੇ ਮਕਬੂਲ ਹੁੰਦੇ ਨੇ, ਸਿਰੇ ਚੜ੍ਹਦੇ ਨੇ ਅਜਿਹੇ ਰਿਸ਼ਤੇ? ਕਿਉਂਕਿ ਜੇਕਰ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਤੋਂ ਪਹਿਲਾਂ ਹੀ ਇੰਨਾ ਕੁਝ ਲੈ ਲਿਆ ਤੇ ਅੱਗੇ ਵੀ ਉਹ ਉਮੀਦ ਰੱਖਦੇ ਨੇ ਕਿ ਸਾਨੂੰ ਹਰ ਦਿਨ ਤਿਉਹਾਰ ਤੇ 1 ਸਾਲ ਤੱਕ ਇਹ ਬੋਨਸ ਮਿਲਦਾ ਰਹੇਗਾ, ਬੋਨਸ ਦੀ ਤਰ੍ਹਾਂ ਸਮਾਨ ਮਿਲਦਾ ਰਹੇਗਾ। ਦੇਖੋ ਜਿਹੜਾ ਇਹ ਲਾਲਚ ਕਹਿ ਸਕਦੇ ਨੇ, ਜਿਹੜਾ ਇਹ ਲਾਲਚ ਹੈ ਜਾਂ ਫਿਰ ਜਿਹੜੀ ਇਹ ਮੰਗ ਹੈ, ਇਹ ਖਤਮ ਨਹੀਂ ਹੁੰਦੀ, ਇਹ ਹੌਲੀ ਵੱਧਦੀ ਰਹੂਗੀ। ਤੇ ਇਹ ਲੋਕ ਸੋਚਦੇ ਨੇ ਕਿ ਸਾਨੂੰ ਹਰ ਇੱਕ ਚੀਜ਼ ਘਰੇ ਹੀ ਮਿਲ ਜਾਵੇ, ਉਹ ਵੀ ਫ੍ਰੀ 'ਚ ਮਿਲ ਜਾਵੇ, ਸਾਨੂੰ ਕਮਾਉਣਾ ਨਾ ਪਵੇ।
ਇਹ ਨਹੀਂ ਕਿ ਮੁੰਡੇ ਦਾ ਸਾਰਾ ਕੁਝ ਹੁੰਦਾ ਹੈ, ਲੇਕਿਨ ਅੱਜ ਕੱਲ੍ਹ ਨਾ ਕੁੜੀਆਂ ਵੱਲੋਂ ਵੀ ਹੋਣ ਲੱਗ ਪਿਆ ਕਿ ਮੁੰਡਾ ਜਿਹੜਾ ਸਰਕਾਰੀ ਜੋਬ ਹੋਣੀ ਚਾਹੀਦੀ ਹੈ, ਮੁੰਡੇ ਦੀ ਸੈਲਰੀ ਜਿਹੜੀ ਲੱਖ ਤੱਕ ਹੋਣੀ ਚਾਹੀਦੀ ਹੈ, 2 ਲੱਖ ਤੱਕ ਹੋਣੀ ਚਾਹੀਦੀ ਹੈ, ਜਾਂ ਫਿਰ ਮੁੰਡਾ ਇੰਨਾ ਜ਼ਿਆਦਾ ਅਮੀਰ ਹੋਵੇ। ਇਹ ਨਾ ਕੁੜੀਆਂ ਦੇ ਵਿੱਚ ਵੀ ਇਹ ਚੀਜ਼ ਆਉਣ ਲੱਗ ਪਈ ਹੈ ਕਿ ਅੱਜ ਕੱਲ੍ਹ ਇਹ ਨਹੀਂ ਦੇਖਦੇ ਕਿ ਮੁੰਡਾ ਡਰਿੰਕ ਕਰਦਾ ਜਾਂ ਫਿਰ ਸਾਊ ਹੈ ਜਾਂ ਫਿਰ ਸਹੀ ਮੁੰਡਾ ਹੈ, ਕਿ ਗਲਤ ਤਾਂ ਨਹੀਂ ਕਿਤੇ ਕਿਸੇ। ਅੱਜ ਕੱਲ੍ਹ ਬਹੁਤ ਜ਼ਿਆਦਾ ਲੋਕਾਂ ਦੇ ਦਿਮਾਗ ਦੇ ਵਿੱਚ ਨਾ ਇਹ ਪੈਸੇ ਵਾਲੀ ਚੀਜ਼ ਜ਼ਿਆਦਾ ਵੱਧ ਗਈ ਹੈ। ਇੱਕ ਅਲੱਗ ਧਾਰਨਾ ਬੈਠੀ ਹੋਈ ਹੈ, ਜਿਹੜੀ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਉਹ ਨਹੀਂ ਦੇਖੀ ਜਾਂਦੀ, ਉਸ ਦੀ ਬਜਾਏ ਕੁਝ ਦੂਸਰੀਆਂ ਚੀਜ਼ਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ। ਹਾਂਜੀ, ਅਸੀਂ ਕਿਉਂ ਇਹ ਚੀਜ਼ ਕਹਿ ਸਕਦੇ ਹਾਂ ਕਿ ਜ਼ਿਆਦਾ ਕਿਸ ਚੀਜ਼ ਨੂੰ ਦਿੱਤੀ ਜਾ ਰਹੀ ਹੈ? ਪੈਸਿਆਂ ਨੂੰ, ਮਤਲਬ ਕਿ ਚੀਜ਼ਾਂ ਨੂੰ, ਜਿਹੜੀਆਂ ਸੋਹਣੀਆਂ ਮਹਿੰਗੀਆਂ ਚੀਜ਼ਾਂ ਨੂੰ। ਤਾਂ ਦੋਹਾਂ ਪਾਸਿਆਂ ਤੋਂ ਜਦੋਂ ਅਜਿਹਾ ਕੁਝ ਹੁੰਦਾ ਹੈ ਤਾਂ ਇੱਕ ਇਹ ਵੀ ਸਮਾਂ ਆਉਂਦਾ ਹੈ ਜਦੋਂ ਕੁੜੀ ਦੇ ਵੱਲੋਂ ਬਾਰ-ਬਾਰ ਆਪਣੇ ਮਾਪਿਆਂ ਨੂੰ ਦੱਸਿਆ ਜਾਂਦਾ ਹੈ ਕਿ ਮੈਨੂੰ ਸਹੁਰੇ ਪਰਿਵਾਰ ਦੇ ਵਿੱਚ ਇਹ ਚਿੰਤਾ ਆ ਰਹੀ ਹੈ, ਪਰੇਸ਼ਾਨੀ ਆ ਰਹੀ ਹੈ ਤੇ ਮੈਂ ਇੱਥੇ ਰਹਿ ਨਹੀਂ ਸਕਦੀ। ਉਸ ਤੋਂ ਬਾਅਦ ਵੀ ਜਦੋਂ ਕੁੜੀ ਗਲਤ ਕਦਮ ਚੁੱਕ ਲੈਂਦੀ ਹੈ, ਬਾਅਦ ਦੇ ਵਿੱਚ ਮਾਪੇ ਦੱਸਦੇ ਨੇ ਕਿ ਕੁੜੀ ਨੇ ਸਾਨੂੰ ਦੱਸਿਆ ਹੋਇਆ ਸੀ, ਸਾਡੇ ਕੋਲ ਆਈ ਸੀ, ਘਰ ਦੇ ਵਿੱਚ ਅਸੀਂ ਰੱਖਿਆ ਸੀ। ਉਸ ਤੋਂ ਬਾਅਦ ਗੱਲਬਾਤ ਹੁੰਦੀ ਹੈ, ਪੰਚਾਇਤਾਂ ਬਿਠਾਈਆਂ ਜਾਂਦੀਆਂ ਨੇ, ਕੁੜੀ ਨੂੰ ਫਿਰ ਤੋਂ ਵਾਪਸ ਉਸਦੇ ਸਹੁਰੇ ਪਰਿਵਾਰ ਧਕੇਲ ਦਿੱਤਾ ਜਾਂਦਾ ਹੈ ਤੇ ਉੱਥੇ ਜਾ ਕੇ ਉਹ ਗਲਤ ਕਦਮ ਚੁੱਕ ਲੈਂਦੀ ਹੈ। ਹੁਣ ਇਹ ਹਾਲਾਤਾਂ ਦੇ ਵਿੱਚ ਕੁੜੀ ਨੂੰ ਕੀ ਕਰਨਾ ਚਾਹੀਦਾ ਤੇ ਕੁੜੀ ਦੇ ਮਾਪੇ ਕਿਵੇਂ ਮੰਨ ਲੈਣ ਕਿ ਹਾਲਾਤ ਇੰਨੇ ਖਰਾਬ ਨੇ ਕਿ ਉੱਥੇ ਭੇਜ ਕੇ ਇਹਦੀ ਜ਼ਿੰਦਗੀ ਨੂੰ ਹੀ ਖਤਰਾ ਹੈ? ਨਹੀਂ, ਪਤਾ ਕਿ ਮਾਪੇ ਤਾਂ ਇਹ ਸੋਚਦੇ ਨੇ ਕਿ ਅਸੀਂ ਨਾ ਇਹ ਚੀਜ਼ ਨੂੰ ਸੋਲਵ ਕਰਤਾ, ਇਹ ਚੀਜ਼ ਨੂੰ ਖਤਮ ਕਰਤਾ। ਜਿਹੜੀ ਚੀਜ਼ ਹੋ ਰਹੀ ਸੀ, ਲੜਾਈ ਹੋ ਰਹੀ ਸੀ, ਝਗੜਾ, ਚਲੋ ਜੋ ਵੀ ਹੋ ਰਿਹਾ ਸੀ, ਉਹ ਇਹ ਸੋਚਦੇ ਕਿ ਅਸੀਂ ਪੰਚਾਇਤ ਵਿੱਚ ਇਹ ਚੀਜ਼ ਰੱਖੀ ਤੇ ਇਹ ਚੀਜ਼ ਨੂੰ ਸੋਲਵ ਕਰਤਾ, ਇਹ ਚੀਜ਼ ਨੂੰ ਹੁਣ ਦੁਬਾਰਾ ਨਹੀਂ ਹੋਏਗੀ। ਲੇਕਿਨ ਜੇ ਕੁੜੀ ਵੀ ਇਸ ਲਈ ਮੰਨ ਜਾਂਦੀ ਹੈ, ਮੁੰਡੇ ਵੀ ਮੰਨ ਜਾਂਦੇ ਨੇ ਕਿ ਅਸੀਂ ਅੱਗੇ ਤੋਂ ਇਹ ਚੀਜ਼ ਨਹੀਂ ਕਰਾਂਗੇ, ਲੇਕਿਨ ਫਿਰ ਵੀ ਜੇ ਉਸ ਤੋਂ ਬਾਅਦ ਹੁੰਦਾ ਹੈ ਤੇ ਫਿਰ ਕੁੜੀ ਘਰ ਦੱਸਦੀ ਹੈ। ਲੇਕਿਨ ਇੱਕ ਮੌਕਾ ਅਸੀਂ ਦੇਣਾ ਚਾਹੀਦਾ ਹੈ, ਇੱਕ ਮੌਕਾ ਚਲੋ ਕਿ ਹੋ ਸਕਦਾ ਕਿ ਬਾਅਦ ਸੁਧਰ ਜਾਣ, ਕਈ ਸੁਧਰ ਵੀ ਜਾਂਦੇ ਨੇ, ਲੇਕਿਨ ਜੇ ਉਸ ਤੋਂ ਬਾਅਦ ਵੀ ਕੁਝ ਇਹੋ ਜਿਹਾ ਚੀਜ਼ ਹੁੰਦੀ ਹੈ ਤੇ ਕੁੜੀ ਵਾਲੇ ਦੇ ਘਰਦਿਆਂ ਦਾ ਇਹ ਫਰਜ਼ ਬਣਦਾ ਹੈ ਕਿ ਉਸ ਨੂੰ ਸਟ੍ਰਿਕਟਲੀ ਉਸ 'ਤੇ ਐਕਸ਼ਨ ਲਿੱਤਾ ਜਾਵੇ ਤੇ ਉਹ ਕੁੜੀ ਨੂੰ ਘਰ ਲਿਆਇਆ ਜਾਵੇ ਤੇ ਘਰ ਲਿਆ ਕੇ ਉਸ ਤੋਂ ਬਾਅਦ ਉਸ ਦੇ ਉੱਤੇ ਜੋ ਵੀ ਕਾਰਵਾਈ ਹੁੰਦੀ ਹੈ ਜਦੋਂ ਕਰਦੇ ਉਹ ਕੀਤੀ ਜਾਵੇ। ਹਾਂ, ਲਗਾਤਾਰ ਜਦੋਂ ਕੁੜੀਆਂ ਐਵੇਂ ਦੇ ਕਦਮ ਚੱਕਦੀਆਂ ਨੇ ਤੇ ਦੂਸਰੇ ਪਾਸੇ ਜੇ ਆਪਾਂ ਦੇਖੀਏ ਕਿ ਉਹਨਾਂ ਨੂੰ ਸਮੇਂ ਸਿਰ ਘਰ ਨਹੀਂ ਲਿਆਂਦਾ ਗਿਆ, ਇਸ ਕਰਕੇ ਉਹ ਸਹੁਰੇ ਪਰਿਵਾਰ ਤੋਂ ਵੀ ਤੰਗ ਹੋ ਚੁੱਕੀਆਂ ਸੀ, ਪੇਕਾ ਪਰਿਵਾਰ ਨੂੰ ਵੀ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਵੀ ਕੋਈ ਹੌਸਲਾ ਨਹੀਂ ਦਿੱਤਾ, ਸਗੋਂ ਕਿਹਾ ਕਿ ਤੂੰ ਉੱਥੇ ਜੰਮਣਾ ਮਰਨਾ। ਔਰ ਅਜਿਹੇ ਹਾਲਾਤ ਦੇ ਵਿੱਚ ਜਦੋਂ ਉਹ ਗਲਤ ਕਦਮ ਚੁੱਕ ਲੈਂਦੀ ਹੈ ਫਿਰ ਘਰ ਦੇ ਸੋਚਦੇ ਨੇ ਕਿ ਅਸੀਂ ਪਹਿਲਾਂ ਕਿਉਂ ਨਹੀਂ ਲੈ ਕੇ ਆਏ। ਉਹਨਾਂ ਨੂੰ ਸਿਰਫ ਸਮਾਜ ਦਾ ਡਰ ਰਹਿ ਜਾਂਦਾ ਹੈ ਕਿ ਜੇਕਰ ਅਸੀਂ ਕੁੜੀ ਨੂੰ ਅੱਜ ਘਰ ਲੈ ਵੀ ਆਂਦਾ ਤਾਂ ਅਸੀਂ ਲੋਕਾਂ ਨੂੰ ਕੀ ਕਹਾਂਗੇ, ਲੋਕ ਸਾਨੂੰ ਕੀ ਕਹਿਣਗੇ। ਉਹਨਾਂ ਦੇ ਦਿਮਾਗ ਦੇ ਵਿੱਚ ਚੀਜ਼ ਨਹੀਂ ਹੁੰਦੀ ਕਿ ਸਾਡੀ ਕੁੜੀ ਇਦਾਂ ਦਾ ਕੋਈ ਚੀਜ਼ ਚੱਕ ਲੂਗੀ। ਉਹਨਾਂ ਦੇ ਦਿਮਾਗ ਦੇ ਵਿੱਚ ਇਹੀ ਹੁੰਦਾ ਕਿ ਉਹਨਾਂ ਨੇ ਇੱਕ ਦਿਮਾਗ ਦੇ ਵਿੱਚ ਇੱਕ ਚੀਜ਼ ਬੈਠੀ ਹੋ ਕਿ ਸਾਡੀ ਕੁੜੀ ਦਾ ਘਰ ਬਣ ਜਾਵੇ, ਸਾਡੀ ਕੁੜੀ ਘਰ ਵਸ ਜਾਵੇ, ਤੇ ਉਹ ਇਸੇ ਕਰਕੇ ਉਹ ਇੱਕ ਤਰ੍ਹਾਂ ਦਾ ਆਪਣੇ ਨਾ ਕੁੜੀ ਦਾ ਭਲਾ ਹੀ ਸੋਚਦੇ ਨੇ ਉਹ, ਕਿਉਂਕਿ ਉਹਨਾਂ ਦੇ ਲਈ ਉਹਨਾਂ ਦੇ ਦਿਮਾਗ ਦੇ ਵਿੱਚ ਇਹੀ ਚੀਜ਼ ਉਹਨਾਂ ਦੇ ਲਈ ਹਜੇ ਭਲਾ, ਕਿਉਂਕਿ ਹਜੇ ਤੱਕ ਕੁਝ ਇੱਦਾਂ ਦਾ ਹੋਇਆ ਨਹੀਂ, ਠੀਕ ਹੈ, ਨਾ ਹੀ ਉਹ ਸੋਚ ਸਕਦੇ ਨੇ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕੁੜੀ ਇਹ ਸਭ ਕੁਝ ਸੋਚ ਰਹੀ ਹੈ, ਠੀਕ ਹੈ। ਔਰ ਬਹੁਤ ਸਾਰੀ ਕੁੜੀ ਕਈ ਵਾਰ ਆਪਣੀ ਭੈਣ ਨੂੰ ਦੱਸ ਦਿੰਦੀ ਹੈ, ਆਪਣੀ ਮੰਮੀ ਨੂੰ ਦੱਸ ਦਿੰਦੀ ਹੈ ਕਿ ਮੇਰੇ ਨਾਲ ਇੱਦਾਂ ਹੋ ਰਿਹਾ ਹੈ, ਲੇਕਿਨ ਜੇ ਬਾਰ-ਬਾਰ ਰੂਟੀਨ 'ਚ ਇਹ ਚੀਜ਼ਾਂ ਹੋ ਰਹੀਆਂ ਹੈ, ਬਾਰ-ਬਾਰ ਰੂਟੀਨ 'ਚ ਹੋ ਰਹੀਆਂ ਤੇ ਪੰਚਾਇਤ ਕਰਨ ਤੋਂ ਬਾਅਦ ਜਾਂ ਫਿਰ ਉਹਨਾਂ ਨੂੰ ਸਮਝਾਉਣ ਤੋਂ ਬਾਅਦ ਵੀ ਚੀਜ਼ ਖਤਮ ਨਹੀਂ ਹੋ ਰਹੀ ਤੇ ਇਹਦੇ ਵਿੱਚ ਹੋਣਾ ਚਾਹੀਦਾ ਕਿ ਕੁੜੀ ਨੂੰ ਆਪਣੇ ਘਰ ਵਾਪਸ ਲਿਆ ਤੇ ਉਸ ਦੇ ਬਾਅਦ ਘਰ ਲਿਆਉਣ ਤੋਂ ਬਾਅਦ ਇਹ ਨਹੀਂ ਕਿ ਉਹਨੂੰ ਸੁਣਾਇਆ ਜਾਵੇ, ਉਹਨੂੰ ਬੋਲਿਆ ਜਾਵੇ, ਕਿਉਂਕਿ ਜਿਹੜੀ ਚੀਜ਼ ਉਹ ਉੱਥੇ ਸਹੁਰਿਆਂ ਘਰ ਕਰ ਸਕਦੀ ਸੀ ਉਹ ਇੱਥੇ ਵੀ ਕਰ ਸਕਦੀ ਹੈ ਤੇ ਉਹ ਉਸ ਨੂੰ ਕਿਹਾ ਜਾਵੇ ਕਿ ਕੋਈ ਗੱਲ ਨਹੀਂ, ਅਸੀਂ ਇਹਨੂੰ ਠੀਕ ਕਰਾਂਗੇ ਤੇ ਜੇ ਨਹੀਂ ਵੀ ਠੀਕ ਹੁੰਦਾ, ਜੇ ਨਹੀਂ ਹੋ ਸਕਦਾ ਕੋਈ ਗੱਲ ਨਹੀਂ, ਅਸੀਂ ਹੈਗੇ ਹਾਂ। ਪਰ ਸਾਡੇ ਸਮਾਜ ਦੇ ਵਿੱਚ ਇਹ ਬੜੀ ਵੱਡੀ ਦੁਵਿਧਾ ਕਹਿ ਸਕਦੇ ਹਾਂ, ਬਹੁਤ ਵੱਡੀ ਪਰੇਸ਼ਾਨੀ ਮੰਨੀ ਜਾਂਦੀ ਹੈ ਕਿ ਕੋਈ ਕੁੜੀ ਘਰ ਆ ਕੇ ਬੈਠ ਗਈ, ਜਦੋਂ ਕਿ ਕੁੜੀਆਂ ਖੁਦ ਆਪਣਾ ਪਾਲਣ ਪੋਸ਼ਣ ਕਰਨ ਯੋਗ ਵੀ ਨੇ, ਵੱਡੀਆਂ ਨੌਕਰੀਆਂ ਤੇ ਵੀ ਲੱਗੀਆਂ ਹੋਈਆਂ ਨੇ, ਪਰ ਫਿਰ ਵੀ ਵਿਆਹ ਅਤੇ ਵਿਆਹ ਵਾਲੇ ਘਰ ਦੇ ਵਿੱਚ ਰਹਿਣਾ ਉਹਨੂੰ ਇੰਨਾ ਬੋਝ ਬਣਾਇਆ ਹੋਇਆ ਹੈ ਕਿ ਉਹ ਇਸ ਦਿਮਾਗੀ ਪਰੇਸ਼ਾਨੀ ਦੇ ਵਿੱਚ ਆ ਕੇ ਹੀ ਗਲਤ ਕਦਮ ਚੱਕ ਲੈਂਦੇ ਨੇ। ਪਰ ਇੰਨਾ ਹੀ ਨਹੀਂ, ਲਗਾਤਾਰ ਅਜਿਹੇ ਕਿੱਸੇ ਸਾਹਮਣੇ ਆਉਂਦੇ ਨੇ, ਗੱਲਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਈ ਵਾਰ ਮੁੰਡਾ ਵਿੱਚ ਪਿਸ ਜਾਂਦਾ ਹੈ। ਸਿਰਫ ਕੁੜੀਆਂ ਦੇ ਹੀ ਹਾਲਾਤ ਨਹੀਂ ਹੈ ਕਿ ਉਹ ਦੋਨਾਂ ਪਾਸੋਂ ਉਸ ਨੂੰ ਸਹਿਣ ਕਰਨਾ ਪੈ ਰਿਹਾ ਕਿ ਮਾਪੇ ਵੀ ਗੱਲ ਨਹੀਂ ਸੁਣ ਰਹੇ ਤੇ ਸਹੁਰਾ ਪਰਿਵਾਰ ਉਹਨਾਂ ਨੂੰ ਧੱਕੇ ਦੇ ਨਾਲ ਰੱਖ ਰਿਹਾ ਹੈ। ਦੂਸਰੇ ਪਾਸੇ ਮੁੰਡੇ ਦੇ ਵੀ ਅਜਿਹੇ ਹਾਲਾਤ ਹੁੰਦੇ ਨੇ ਜਿੱਥੇ ਇੱਕ ਪਾਸੇ ਉਸ ਨੂੰ ਕੁੜੀ ਦੇ ਵੱਲੋਂ ਵੀ ਪਰੇਸ਼ਾਨੀਆਂ ਆਉਂਦੀਆਂ ਨੇ, ਦੂਸਰੇ ਪਾਸੇ ਉਸਦੇ ਖੁਦ ਦੇ ਘਰ ਦੇ ਚਾਹੁੰਦੇ ਨੇ ਕਿ ਅਜਿਹਾ ਨਾ ਹੋਵੇ। ਵਿਆਹ ਚਾਹੇ ਕੋਈ ਵੀ ਹੋਵੇ, ਚਾਹੇ ਖੁਦ ਮਰਜ਼ੀ ਦੇ ਨਾਲ ਕਰਵਾਇਆ ਹੋਵੇ ਜਾਂ ਫਿਰ ਘਰਦਿਆਂ ਨੇ ਹੀ ਲੱਭ ਕੇ ਕਰਵਾਇਆ ਹੋਵੇ, ਪਰ ਇਹ ਹਾਲਾਤ ਜਦੋਂ ਬਣਦੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਦਾ ਮਹਿਸੂਸ ਹੁੰਦਾ ਤੇ ਕੀ ਕਰਨਾ ਚਾਹੀਦਾ ਉਸ ਮੌਕੇ ਤੇ, ਕਿਸ ਦੇ ਨਾਲ ਗੱਲਬਾਤ ਕੀਤੀ ਜਾਵੇ, ਕਿਉਂਕਿ ਕਿਸੇ ਦੇ ਕੋਲ ਵੀ ਕੋਈ ਅਜਿਹਾ ਇਨਸਾਨ ਨਹੀਂ ਹੁੰਦਾ, ਭਾਵੇਂ ਦੁਨੀਆ ਭਰ ਦੇ ਲੋਕਾਂ ਨੂੰ ਤੁਸੀਂ ਆਪਣਾ ਰਿਸ਼ਤੇਦਾਰ ਕਹਿ ਲੈਂਦੇ ਹੋ, 100 ਜਾਣੇ ਇਕੱਠੇ ਕਰ ਲੈਂਦੇ ਹੋ, ਪਰ ਉਹ ਸਾਰੇ ਉਦੋਂ ਨੇ ਜਦੋਂ ਤੁਸੀਂ ਸਿਰਫ ਗੱਲਾਂ ਕਰਨੀਆਂ ਨੇ, ਅਸਲ ਦੇ ਵਿੱਚ ਸਹਾਰਾ ਦੇਣ ਵਾਲਾ ਕੋਈ ਨਹੀਂ ਹੈ। ਨਹੀਂ, ਇਹਦੇ ਵਿੱਚ ਨਾ ਅਸੀਂ
ਕੁਝ ਨਹੀਂ ਕਰ ਸਕਦੇ ਜਾਂ ਫਿਰ ਸਮਾਜ ਕੁਝ ਨਹੀਂ ਕਰ ਸਕਦਾ। ਇਹਦੇ ਵਿੱਚ ਸਿਰਫ ਉਹੀ ਬੰਦਾ ਕਰ ਸਕਦਾ ਜਿਹਦੇ ਨਾਲ ਬੀਰਗੀ ਹੋਵੇ, ਜਿਹਦੇ ਨਾਲ ਉਸ ਟਾਈਮ ਹੋ ਰਿਹਾ ਹੋਵੇ। ਕਿਉਂਕਿ ਤੁਸੀਂ ਕਿਹਾ ਹੈ ਕਿ ਪੰਚਾਇਤ ਹੋ ਜਾਂਦੀ ਹੈ, ਸਾਰਾ ਕੁਝ ਹੋ ਜਾਂਦਾ ਹੈ, ਸਮਝਾ ਦੇ ਦਿੰਦੇ ਨੇ, ਲੇਕਿਨ ਫਿਰ ਵੀ ਉਹ ਸਟੈਪ ਚੱਕ ਲੈਂਦੇ ਨੇ, ਠੀਕ ਹੈ। ਲੇਕਿਨ ਕਿਉਂਕਿ ਇਹ ਰਸਤਾ ਤਾਂ ਖਤਮ ਹੋ ਗਿਆ ਨਾ, ਜੇ ਫਿਰ ਵੀ ਉਹ ਐਵੇਂ ਦੀ ਚੀਜ਼ ਕਰ ਰਹੇ, ਫਿਰ ਇਹ ਰਸਤਾ ਖਤਮ ਹੋ ਗਿਆ। ਫਿਰ ਸਾਨੂੰ ਆਪਣੇ ਆਪ ਤੇ ਹੀ ਗੱਲ ਆਉਂਦੀ ਹੈ ਕਿ ਸਾਨੂੰ ਆਪ ਹੀ ਸਮਝਣਾ ਪੈਣਾ ਹੈ ਕਿ ਇਹ ਚੀਜ਼ ਜੋ ਹੈਗੀ ਹੈ, ਜੇ ਅਸੀਂ ਚੱਕ ਰਹੇ ਹਾਂ, ਇਹਦੇ ਹੋਰ ਵੀ ਰਸਤੇ ਨੇ ਬਹੁਤ ਸਾਰੇ, ਠੀਕ ਹੈ। ਜੇ ਬਾਰ-ਬਾਰ ਘਰਦਿਆਂ ਨੂੰ ਕਹੋ, ਘਰਦਿਆਂ ਨੂੰ ਨਹੀਂ ਹੈ, ਤੇ ਫਿਰ ਆਪ ਹੀ ਅਲੱਗ ਹੋ ਜਾਓ, ਇਕੱਲੇ ਹੋ ਜਾਓ, ਉਸ ਚੀਜ਼ ਤੋਂ ਛੁਟਕਾਰਾ ਪਾ ਲਓ। ਲੇਕਿਨ ਇਹ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਹੀ ਖਤਮ ਕਰ ਦਿਓ। ਪਰ ਤੁਸੀਂ ਇਹ ਦੇਖੋ ਨਾ, ਇੱਕ ਇੰਨਾ ਵੱਡਾ ਸਟੈਪ ਚੱਕਣਾ, ਤੁਸੀਂ ਇੰਨੀ ਵੱਡੀ ਗੱਲ ਕਹੀ ਹੈ ਕਿ ਆਪ ਖੁਦ ਅਲੱਗ ਹੋ ਜਾਓ। ਕਿ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਸਮਾਜ ਦੇ ਵਿੱਚ ਕਿਸੇ ਵੀ ਘਰ ਦੇ ਵਿੱਚੋਂ ਨਿਕਲ ਕੇ ਕੋਈ ਇੱਕ ਬੰਦਾ ਅਲੱਗ ਹੋ ਸਕਦਾ। ਬੀਤੇ ਦਿਨੀ ਇੱਕ ਮੁੰਡੇ ਨੇ ਵੀ ਨਹਿਰ ਦੇ ਵਿੱਚ ਛਾਲ ਮਾਰੀ ਆਪਣੀ ਪਤਨੀ ਅਤੇ ਸਾਲੇ ਤੋਂ ਤੰਗ ਹੋ ਕੇ। ਇੱਕ ਹੋਰ ਮੁੰਡਾ ਜਿਸਦਾ 21 ਨਵੰਬਰ ਨੂੰ ਵਿਆਹ ਹੋਇਆ, 24 ਨਵੰਬਰ ਨੂੰ ਗਾਇਬ ਹੋਇਆ ਤੇ 10 ਦਿਨ ਬਾਅਦ ਉਸਦੀ ਵੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਸਿਰਫ ਕੁੜੀਆਂ ਦੇ ਹੀ ਹਾਲਾਤ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੋਦੀ ਚੁੱਕ ਕੇ ਨਹਿਰ 'ਚ ਛਾਲ ਮਾਰ ਰਹੀਆਂ ਨੇ ਜਾਂ ਫਿਰ ਆਪਣੀ ਜ਼ਿੰਦਗੀ ਖਤਮ ਕਰ ਰਹੀਆਂ ਨੇ। 10-10 ਸਾਲ ਦੇ ਇੱਕ ਲੰਬਾ ਸਮਾਂ ਇੱਕ ਘਰ ਦੇ ਵਿੱਚ ਬਿਤਾਉਣ ਤੋਂ ਬਾਅਦ ਵੀ ਕੁੜੀਆਂ ਦੇ ਵੱਲੋਂ ਫਾਹੇ ਲਏ ਜਾ ਰਹੇ ਨੇ। ਉਸਦਾ ਪਤੀ ਅਮਰੀਕਾ ਦੇ ਵਿੱਚ, ਤੁਸੀਂ ਵੀ ਸੁਣੀ ਹੈ ਉਹ ਖਬਰ। ਤੇ ਇੰਨਾ ਲੰਬਾ ਸਮਾਂ ਘਰ ਦੇ ਵਿੱਚ ਰਹਿਣ ਤੋਂ ਬਾਅਦ ਤੁਹਾਡੀ ਸੋਚ ਸਮਝ ਨਹੀਂ ਆਪਸ ਦੇ ਵਿੱਚ ਮਿਲੀ, ਤੁਹਾਨੂੰ ਉਹ ਮਾਹੌਲ ਨਹੀਂ ਮਿਲਿਆ, ਤੁਹਾਨੂੰ ਉਹ ਹਾਲਾਤ ਨਹੀਂ ਮਿਲੇ, ਤੁਸੀਂ ਉਸ ਘਰ ਦੇ ਵਿੱਚ ਨਹੀਂ ਰਹਿ ਪਾਏ। ਤੁਸੀਂ ਬਿਲਕੁਲ ਯਕੀਨਨ ਆਪਣੇ ਘਰ ਵੀ ਸਭ ਕੁਝ ਦੱਸਿਆ ਹੋਏਗਾ। ਕਿ ਤੁਹਾਨੂੰ ਇੰਨਾ ਆਸਾਨ ਲੱਗਦਾ ਹੈ ਕਿ ਵੀ ਆਪਣੇ ਘਰ ਦੇ ਵਿੱਚੋਂ ਨਿਕਲ ਕੇ ਇੱਕਦਮ ਅਲੱਗ ਹੋ ਸਕਦਾ ਹੈ, ਬੱਚਿਆਂ ਸਮੇਤ ਆਪਣੇ ਭਵਿੱਖ ਨੂੰ ਸਮਝੇ ਤੇ ਜਾਣੇ ਬਿਨਾਂ ਕਿ ਅੱਗੇ ਕੀ ਹੋਣਾ? ਦੇਖੋ, ਇਹ ਚੀਜ਼ ਨਾ ਜੋ ਵੀ ਹੈਗੀ ਇਹ ਆਸਾਨ ਨਹੀਂ ਹੈ, ਇਹ ਬਹੁਤ ਹਾਰਡ ਹੈ ਤੇ ਬਹੁਤ ਜ਼ਿਆਦਾ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੇਕਿਨ ਜੇ ਤੁਹਾਨੂੰ ਇਹੀ ਮੈਂ ਚੀਜ਼ ਕਹਿ ਰਿਹਾ ਕਿ ਤੁਹਾਨੂੰ ਸਟਰੋਂਗ ਹੋਣਾ ਪੈਣਾ, ਔਰ ਤੁਹਾਨੂੰ ਸਮਝਣਾ ਪੈਣਾ, ਤੁਹਾਡੇ ਦਿਮਾਗ ਦੇ ਵਿੱਚੋਂ ਇਹ ਗੱਲ ਖਤਮ ਕਰਨੀ ਪੈਣੀ ਹੈ ਕਿ ਇਹ ਸਿਰਫ ਆਪਣੇ ਆਪ ਨੂੰ ਖਤਮ ਕਰਨਾ ਹੀ ਇੱਕ ਲਾਸਟ ਤੇ ਫਾਈਨਲ ਨਹੀਂ ਹੈ। ਹੋਰ ਵੀ ਬੜੇ ਸਾਰੇ ਰਸਤੇ ਹੈਗੇ ਆ ਇਹਨੂੰ ਠੀਕ ਕਰਨ ਦੇ, ਤੇ ਤੁਹਾਨੂੰ ਦਿਮਾਗ ਦੇ ਵਿੱਚ ਇਹ ਚੀਜ਼ ਆਉਣੀ ਨਹੀਂ ਚਾਹੀਦੀ। ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾਵੋ। ਤੇ ਤੁਸੀਂ ਕਹਿ ਰਹੇ ਹੋ ਕਿ ਇੰਨਾ ਸੌਖਾ ਹੈਗਾ ਕਿ ਇੱਕ ਬੰਦਾ ਫੈਮਿਲੀ ਤੋਂ ਅਲੱਗ ਹੋ ਕੇ ਰਹਿ ਲਵੇ, ਲੇਕਿਨ ਇੰਨਾ ਸੌਖਾ ਨਹੀਂ ਹੈ। ਲੇਕਿਨ ਮੈਂ ਉਹੀ ਕਹਿ ਰਿਹਾ ਕਿ ਤੁਹਾਨੂੰ ਲੱਗ ਰਿਹਾ ਕਿ ਇਹ ਚੀਜ਼ ਇਸ ਦਾ ਹੱਲ ਨਹੀਂ ਹੈ, ਇਹਦਾ ਵੀ ਇਹ ਹੱਲ ਨਹੀਂ, ਇਹਨੂੰ ਸਾਈਡ ਤੇ ਰੱਖ ਦਿਓ, ਇਹ ਹੱਲ ਨਹੀਂ ਤਾਂ ਹੋਰ ਕੋਈ ਹੱਲ ਲੱਭ ਲਓ ਜਿਹੜਾ ਤੁਹਾਨੂੰ ਠੀਕ ਲੱਗ ਰਿਹਾ, ਠੀਕ ਹੈ। ਜ਼ਰੂਰੀ ਨਹੀਂ ਹੈ ਕਿ ਅਲੱਗ ਹੋਣਾ ਹੀ ਇੱਕ ਹੱਲ ਹੈ। ਉਹ ਤਾਂ ਮੈਂ ਆਪਣਾ ਦੱਸਿਆ ਸੀਗਾ ਕਿ ਆਪਣੇ ਆਪ ਨੂੰ ਅਲੱਗ ਕਰ ਲਓ। ਲੇਕਿਨ ਸਿਰਫ ਅਸੀਂ ਇਸ ਟੌਪਿਕ ਦੇ ਉੱਤੇ ਤਾਂ ਗੱਲ ਕਰ ਰਹੇ ਹਾਂ ਕਿ ਇਹਦਾ ਸਿਰਫ ਇਹੀ ਹੱਲ ਨਹੀਂ ਹੈ ਖਤਮ ਕਰਨਾ, ਉਹ ਹੱਲ ਹੀ ਨਹੀਂ ਹੈ ਕੋਈ, ਠੀਕ ਹੈ। ਬਹੁਤ ਸਾਰੇ ਹੱਲ ਹੋਰ ਹੁੰਦੇ ਨੇ ਔਰ ਆਪਣੇ ਆਪ ਨੂੰ ਹੀ ਪਤਾ ਹੁੰਦਾ ਹੈ ਕਿ ਕਿਹੜਾ ਹੱਲ ਸਹੀ ਹੈ, ਉਹਦੇ ਵੱਲ ਹੀ ਜਾਣਾ ਚਾਹੀਦਾ ਹੈ। ਜੇ ਤੁਸੀਂ ਬਾਰ-ਬਾਰ ਆਪਣੀ ਮੰਮੀ ਨੂੰ ਦੱਸ ਰਹੇ ਹੋ, ਕੁੜੀ ਵੱਲੋਂ ਮੈਂ ਕਹਿ ਰਿਹਾ ਕਿ ਤੁਸੀਂ ਆਪਣੇ ਸਹੁਰੇ ਤੰਗ ਕਰ ਰਹੇ ਹੋ, ਤੁਹਾਨੂੰ ਤੁਸੀਂ ਮੰਮੀ ਨੂੰ ਦੱਸ ਰਹੇ ਹੋ, ਲੇਕਿਨ ਮੰਮੀ ਹੱਲ ਨਹੀਂ ਕਰ ਪਾ ਰਹੀ, ਤੁਸੀਂ ਆਪਣੇ ਪਾਪਾ ਨੂੰ ਦੱਸੋ। ਜੇ ਪਾਪਾ ਵੀ ਹੱਲ ਨਹੀਂ ਕਰ ਪਾ ਰਹੇ, ਕਿਸੇ ਹੋਰ ਬੰਦੇ ਨੂੰ ਦੱਸੋ, ਠੀਕ ਹੈ। ਲੇਕਿਨ ਉਸ ਦਾ ਹੱਲ ਲੱਭਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਹੱਲ ਲੱਭਣਾ ਹੀ ਚਾਹੀਦਾ ਹੈ। ਬਿਲਕੁਲ, ਹਾਲਾਤ ਹਰੇਕ ਦੇ ਅਲੱਗ-ਅਲੱਗ ਹੁੰਦੇ ਨੇ। ਜੇਕਰ ਆਪਾਂ ਇੱਕ ਪਾਸੇ ਦੀ ਗੱਲ ਕਰੀਏ ਕਿ ਘਰ ਛੱਡਣਾ ਆਸਾਨ ਹੈ, ਤਾਂ ਹੋ ਸਕਦਾ ਉਹ ਕਿਸੇ ਇੱਕ ਪਰਿਵਾਰ ਦੇ ਵਿੱਚ ਰਹਿੰਦੀ ਕੁੜੀ ਜਾਂ ਮੁੰਡੇ ਦੇ ਲਈ ਆਸਾਨ ਹੋਏਗਾ, ਪਰ ਉਹੀ ਸਭ ਕੁਝ ਕਿਸੇ ਦੂਸਰੇ ਪਰਿਵਾਰ ਦੇ ਵਿੱਚ ਰਹਿੰਦੇ ਕੁੜੀ ਮੁੰਡੇ ਤੇ ਅਪਲਾਈ ਨਹੀਂ ਹੋ ਸਕਦਾ। ਕਿਉਂਕਿ ਹਰੇਕ ਦਾ ਰਹਿਣ ਸਹਿਣ, ਪਿਛੋਕੜ, ਬਾਕੀ ਦੀ ਜ਼ਿੰਦਗੀ ਅਲੱਗ-ਅਲੱਗ ਹੈ, ਉਹਨਾਂ ਦੇ ਹਾਲਾਤ ਅਲੱਗ-ਅਲੱਗ ਨੇ, ਸੋਚ ਵੀ ਅਲੱਗ-ਅਲੱਗ ਹੈ ਕਿ ਘਰ ਦੇ ਵਿੱਚ ਬੱਚੇ ਨੇ, ਨਹੀਂ ਹੈ, ਵਿਆਹ ਨੂੰ ਕਿੰਨਾ ਟਾਈਮ ਹੋਇਆ। ਇਹ ਸਾਰੀਆਂ ਗੱਲਾਂ ਵੀ ਤੁਹਾਨੂੰ ਦੇਖ ਕੇ ਨਾਲ ਚੱਲਣਾ ਪਏਗਾ। ਪਰ ਯਕੀਨਨ ਇਹ ਹੱਲ ਬਿਲਕੁਲ ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਖਤਮ ਕਰੋ। ਉਸਦੇ 100 ਰਸਤੇ ਹੋਰ ਨਿਕਲ ਸਕਦੇ ਨੇ, ਕਿਉਂਕਿ ਤੁਸੀਂ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਵੀ ਨਜ਼ਰ ਮਾਰ ਸਕਦੇ ਹੋ। ਕਿੰਨੀ ਵਾਰ ਤੁਸੀਂ ਅਸਫਲਤਾਵਾਂ ਹਾਸਿਲ ਕੀਤੀਆਂ, ਕਿੰਨੀ ਵਾਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਡਿੱਗ ਕੇ ਉੱਠੇ ਹੋ। ਤਾਂ ਇਹ ਵੀ ਉਹ ਇੱਕ ਸਮਾਂ ਹੀ ਹੈ ਜਿਹੜਾ ਤੁਹਾਨੂੰ ਡੇਗਣ ਦੇ ਲਈ ਆਇਆ, ਪਰ ਤੁਸੀਂ ਜੇਕਰ ਇੱਥੋਂ ਨਿਕਲ ਜਾਓਗੇ, ਯਕੀਨਨ ਤੁਸੀਂ ਇੱਕ ਵਾਰ ਫਿਰ ਤੋਂ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹੋ। ਤਾਂ ਇੱਕ ਦੋ ਗੱਲਾਂ ਜੋ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਵਿਆਹ ਵਾਲੇ ਦਿਨ ਕਿੰਜ ਕੁੜੀ ਮੁੰਡੇ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ, ਵਿਆਹ ਤੋਂ ਬਾਅਦ ਕਿੰਜ ਸੌਦੇਬਾਜ਼ੀ ਹੁੰਦੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਰਿਸ਼ਤਿਆਂ ਦੇ ਵਿੱਚ ਨਿਘਾਰ ਵੱਧਦਾ ਜਾ ਰਿਹਾ। ਹਾਲਾਤ ਕੋਈ ਵੀ ਹੋਣ, ਜਦੋਂ ਕੁੜੀਆਂ ਮਾਪਿਆਂ ਨੂੰ ਜਾ ਕੇ ਸ਼ਿਕਾਇਤ ਕਰਦੀਆਂ ਨੇ ਤਾਂ ਬਾਰ-ਬਾਰ ਉਹਨਾਂ ਨੂੰ ਸਹੁਰੇ ਘਰ ਜਬਰਨ ਭੇਜਿਆ ਜਾਂਦਾ ਹੈ। ਕਈ ਵਾਰ ਇਹੀ ਉਹਨਾਂ ਦੀ ਜਾਣ ਦਾ ਕਾਰਨ ਬਣਦਾ ਹੈ। ਮੁੰਡਿਆਂ ਦੇ ਨਾਲ ਵੀ ਧੱਕਾ ਕੀਤਾ ਜਾਂਦਾ ਹੈ ਤੇ ਇਸੇ ਕਰਕੇ ਉਹ ਕਿਸੇ ਦੇ ਨਾਲ ਗੱਲਬਾਤ ਨਹੀਂ ਕਰ ਪਾਉਂਦੇ। ਘਰ ਦੇ ਵਿੱਚ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਜਿਸ ਦੇ ਵਿੱਚ ਬੱਚੇ ਖੁੱਲ੍ਹ ਕੇ ਆਪਣੇ ਮਾਪਿਆਂ ਦੇ ਨਾਲ, ਕਿਸੇ ਰਿਸ਼ਤੇਦਾਰ ਦੇ ਨਾਲ ਗੱਲਬਾਤ ਕਰ ਸਕਣ, ਆਪਣੀ ਮੁਸੀਬਤ ਨੂੰ ਦੱਸ ਸਕਣ ਅਤੇ ਬਾਕੀ ਦੇ ਪਰਿਵਾਰਿਕ ਜੀਆਂ ਨੂੰ ਵੀ ਉਹਨਾਂ ਦੀ ਗੱਲ ਨੂੰ ਸਮਝਣਾ ਆਉਣਾ ਚਾਹੀਦਾ। ਜੇਕਰ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲੇਗਾ ਤਾਂ ਉਹ ਗੱਲ ਕਰਨ ਦੀ ਹਿੰਮਤ ਹੀ ਨਹੀਂ ਕਰਨਗੇ ਕਦੇ ਵੀ। ਇਸ ਕਰਕੇ ਜ਼ਰੂਰੀ ਹੈ ਕਿ ਘਰ ਦੇ ਵਿੱਚ ਤੁਸੀਂ ਹਰ ਇੱਕ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਅਸੀਂ ਹੀ ਇੱਕ ਦੂਸਰੇ ਦੇ ਸਹਾਰੇ ਬਣ ਸਕਦੇ ਹਾਂ। ਬਾਹਰੋਂ ਇਹ ਸਹਾਰਾ ਨਹੀਂ ਮਿਲ ਸਕਦਾ, ਕਿਉਂਕਿ ਕੋਈ ਨਹੀਂ ਚਾਹੁੰਦਾ ਕਿ ਸਾਡੇ ਘਰ ਦੀ ਗੱਲ ਜਾਂ ਫਿਰ ਸਾਡੀ ਗੱਲ ਕੋਈ ਬਾਹਰ
ਕੀਤੇ ਜਾਵੇ। ਪਰ ਇਸ ਤੋਂ ਵੀ ਡਰਨ ਦੀ ਗੱਲ ਲੋੜ ਬਿਲਕੁਲ ਨਹੀਂ ਹੈ। ਜੇਕਰ ਤੁਹਾਡੀ ਗੱਲ 4 ਬੰਦਿਆਂ ਦੇ ਵਿੱਚ ਜਾ ਕੇ ਠੀਕ ਹੋ ਸਕਦੀ ਹੈ ਤਾਂ ਉਸ ਨੂੰ ਜਾਣ ਦੇਣਾ ਚਾਹੀਦਾ ਹੈ। ਸਾਰੀ ਦੁਨੀਆ ਦੀ ਜ਼ਿੰਦਗੀ ਇੱਕੋ ਜਿਹੀ ਚੱਲ ਰਹੀ ਹੈ, ਹਰੇਕ ਦੇ ਹਾਲਾਤ ਇੱਕੋ ਜਿਹੇ ਨੇ, ਹਰੇਕ ਨੂੰ ਕੋਈ ਵੀ ਮੁਸੀਬਤ ਆ ਸਕਦੀ ਹੈ। ਹੁਣ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਪਰ ਉਹ ਦੱਸਣਾ ਨਹੀਂ ਚਾਹੁੰਦਾ, ਉਹ ਸਿਰਫ ਆਪਣਾ ਇੱਕ ਹੱਸਦਾ ਹੋਇਆ ਚਿਹਰਾ, ਇੱਕ ਚੰਗਾ ਮਾਹੌਲ ਕਿ ਸਾਡਾ ਘਰ ਸਭ ਕੁਝ ਵਧੀਆ ਹੈ, ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ, ਜਦੋਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸਾਰੇ ਕਿਤੇ ਹਮੇਸ਼ਾ ਸਭ ਕੁਝ ਠੀਕ ਨਹੀਂ ਰਹਿ ਸਕਦਾ। ਨਹੀਂ, ਪ੍ਰੋਬਲਮ ਤਾਂ ਮੁਸੀਬਤਾਂ ਤਾਂ ਹਰ ਇੱਕ ਘਰ 'ਚ ਹੈਗੀਆਂ, ਲੇਕਿਨ ਹੋ ਸਕਦਾ ਕਿ ਕਈਆਂ ਦੀ ਅਲੱਗ ਹੋਵੇ, ਕਈਆਂ ਦੀ ਅਲੱਗ ਹੋਵੇ। ਤੇ ਇਹਦੇ ਵਿੱਚ ਇਹ ਹੁੰਦਾ ਕਿ ਕੋਈ ਵੀ ਮੁਸੀਬਤ ਜਾਂ ਫਿਰ ਕੋਈ ਵੀ ਪ੍ਰੋਬਲਮ ਛੋਟੀ ਜਾਂ ਵੱਡੀ ਨਹੀਂ ਹੁੰਦੀ। ਅਸੀਂ ਬੜਾ ਕਹਿੰਦੇ ਹੋਏ ਸੁਣਿਆ ਲੋਕਾਂ ਨੂੰ ਕਿ ਯਾਰ ਉਹ ਤਾਂ ਬੜਾ ਸੁਖੀ ਹੈ ਤੇ ਅਸੀਂ ਹੀ ਦੁਖੀ ਹੈ, ਲੇਕਿਨ ਇੱਦਾਂ ਦਾ ਕੁਝ ਨਹੀਂ ਹੈ। ਸਾਰੇ ਆਪਣੇ ਘਰਾਂ 'ਚ ਸੁਖੀ ਵੀ ਹੈ ਤੇ ਦੁਖੀ ਵੀ ਹੈ, ਠੀਕ ਹੈ, ਦੋਨੋਂ ਚੀਜ਼ਾਂ ਹੀ ਹੁੰਦੀਆਂ। ਤੇ ਇਹਦੇ ਵਿੱਚ ਸਾਨੂੰ ਆਪਣੇ ਆਪ ਤੇ ਥੋੜਾ ਮਿਹਨਤ ਕਰਨੀ ਪੈਣੀ ਹੈ ਤੇ ਆਪਣੇ ਆਪ ਨੂੰ ਇਸ ਕਾਬਿਲ ਬਣਾਉਣਾ ਪੈਣਾ ਕਿ ਅਸੀਂ ਹਰ ਇੱਕ ਮੁਸੀਬਤ ਤੋਂ ਨਿਕਲ ਸਕੀਏ। ਤੇ ਅਸੀਂ ਇਹ ਚੀਜ਼ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਵੀ ਪ੍ਰੋਬਲਮ ਆਉਂਦੀ ਹੈ, ਜਿਹੜੀ ਮੁਸੀਬਤ ਆਉਂਦੀ ਹੈ, ਉਹ ਥੋੜੀ ਦੇਰ ਵਾਸਤੇ ਹੁੰਦੀ ਹੈ। ਉਸ ਟਾਈਮ ਨੂੰ ਕਿਸੇ ਤਰ੍ਹਾਂ ਤੁਹਾਨੂੰ ਕੱਢਣਾ ਪੈਣਾ ਹੈ। ਉਸ ਟਾਈਮ ਤੁਸੀਂ ਕੱਢ ਲਿਆ, ਉਸ ਤੋਂ ਬਾਅਦ 100% ਸ਼ੋਰ ਹੈ ਕਿ ਤੁਸੀਂ ਸੋਚੋਗੇ ਯਾਰ ਮੈਂ ਤਾਂ ਉਹ ਚੀਜ਼ ਜਦੋਂ ਮੈਂ ਉਦੋਂ ਸੋਚ ਰਿਹਾ ਸੀ ਯਾਰ ਮੈਂ ਤਾਂ ਬਿਲਕੁਲ ਗਲਤ ਸੋਚ ਰਿਹਾ ਸੀ, ਉਹ ਤਾਂ ਖਤਮ ਹੀ ਹੋ ਗਈ ਗੱਲ। ਜ਼ਿੰਦਗੀ ਤੁਹਾਡੀ ਇਹ ਸਰਕਲ ਹੈ ਜਿਹੜਾ ਇਹ ਚੱਲਦਾ ਰਹਿਣਾ ਹੈ। ਇਹ ਇੱਕ ਸਰਕਲ ਹੈ ਜੋ ਕਿ ਚੱਲਦਾ ਰਹੂਗਾ ਦੁਨੀਆ ਦੇ ਵਿੱਚ ਆਇਆ ਤਾਂ ਫਿਰ ਇਹ ਸਾਰੀ ਚੀਜ਼ਾਂ ਹੁੰਦੀਆਂ ਰਹਿਣੀਆਂ। ਬਸ ਆਪਣੇ ਆਪ ਨੂੰ ਇੰਨਾ ਕੁ ਮਜ਼ਬੂਤ ਬਣਾ ਕੇ ਰੱਖੋ ਕਿ ਤੁਸੀਂ ਹਰੇਕ ਮਾਹੌਲ ਦੇ ਨਾਲ, ਹਰੇਕ ਹਾਲਾਤ ਦੇ ਨਾਲ ਲੜਨ ਦੇ ਲਈ ਤਿਆਰ ਰਹੋ, ਕਿਉਂਕਿ ਹੁੰਦਾ ਕੁਝ ਵੀ, ਕੋਈ ਵੀ ਚੀਜ਼ ਜ਼ਰੂਰੀ ਨਹੀਂ ਹੁੰਦੀ, ਕੋਈ ਵੀ ਚੀਜ਼ ਵੱਡੀ ਨਹੀਂ ਹੁੰਦੀ ਹੈਗੀ, ਬਸ ਉਸ ਤੋਂ ਨਿਕਲਣਾ ਜ਼ਰੂਰੀ ਹੁੰਦਾ। ਫਿਲਹਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਹਾਜ਼ਰ ਹੋਵਾਂਗੇ ਇੱਕ ਨਵੀਂ ਰਿਪੋਰਟ ਦੇ ਨਾਲ। ਧੰਨਵਾਦ। ਦੇਖਦੇ ਰਹੋ ਪੰਜਾਬੀ ਰਿਪੋਰਟ।